ਸਿੰਘੂ ਟਿੱਕਰੀਏ ਤੇਰਾ ਸਬਰ ਨਿਆਰਾ ਭਾਈ ਕਨਈਏ ਵਾਲਾ ਕਰਦਾ ਨਾ ਨਿਪਟਾਰਾ ਮੋਦੀ ਗੱਪਾਂ ਵਾਲਾ ਮੋਦੀ ਗੱਪ ਚਲਾਈ ਕਿਸਾਨੀ ਸੇਲ ਤੇ ਲਾਈ ਨਵਾਂ ਕਾਨੂੰਨ ਬਣਾਇਆ ਅੰਬਾਨੀ ਯਾਰ ਬਣਾਇਆ ਕਿਸਾਨਾਂ ਘੇਰਾ ਪਾਇਆ ਦਿੱਲੀ ਡੇਰਾ ਲਾਇਆ ਦੁੱਲਾ ਪੱਟੀ ਯਾਦ ਕਰਾਇਆ ਦੁੱਲਾ ਪੱਟੀ ਯਾਦ ਕਰਾਇਆ ਹੋ। ਅਸੀਂ ਲੁਧਿਆਣਾ ਦੇ ਨਾਲ ਪਿੰਡ ਹੈ ਖੈਰਾ ਵੇਟ, ਉੱਥੋਂ ਆਏ ਆ ਜੀ। ਠੀਕ ਹੈ ਜੀ। ਤੇ ਕਿਸ ਮਕਸਦ ਨਾਲ ਆਏ ਹੋ ਇੱਥੇ ਜੀ? ਅਸੀਂ ਆਪਦੇ ਜਿਹੜੇ ਸਾਡੇ ਤੇ ਫਾਂਸੀ ਦਾ ਫੰਦਾ ਹੀ ਆ ਸਾਡੇ ਲਈ, ਤਾਂ ਜਿਹੜੇ ਆ 3 ਆਰਡੀਨੈਂਸ ਨੇ ਕਿਸਾਨੀ ਦੇ ਜੀ, ਇਹਨਾਂ ਨੂੰ ਕੈਂਸਲ ਕਰਾਉਣ ਵਾਸਤੇ ਆਏ ਆ। ਠੀਕ ਆ। ਰੱਦ ਕਰਾਉਣ ਲਈ। ਠੀਕ ਆ। ਇਹ ਸਾਡੇ ਲਈ ਬਹੁਤ ਘਾਤਕ ਨੇ, ਖੇਤੀ ਖਤਮ ਕਰ ਦੇਣਗੇ ਸਾਡੀ। ਕੀ ਨੋਟ ਕੀਤਾ ਤੁਸੀਂ ਇੱਥੇ ਤੇ ਕਿਸ ਦਿਨ ਤੋਂ ਆਏ ਜੇ ਤੁਸੀਂ? ਅਸੀਂ ਤਕਰੀਬਨ 2 ਮਹੀਨੇ ਹੋ ਚੱਲੇ, ਵਿੱਚ ਵੈਸੇ ਪਿੰਡ ਵੀ 4 ਗੇੜੇ ਲੱਗ ਚੁੱਕੇ ਨੇ, ਤੇ ਉੱਥੇ ਤਾਂ ਹੁਣ ਦਿਲ ਵੀ ਨਹੀਂ ਲੱਗਦਾ, ਕਿਉਂਕਿ ਲੱਗਦਾ ਇਹ ਆ ਵੀ ਜੇ ਜ਼ਮੀਨਾਂ ਹੀ ਸਾਡੇ ਕੋਲੋਂ ਚਲੇ ਗਈਆਂ ਤੇ ਉੱਥੇ ਅਸੀਂ ਕਰਨਾ ਵੀ ਕੀ ਆ। ਜ਼ਿਆਦਾ ਟਾਈਮ ਸਾਡਾ ਇੱਥੇ ਹੀ ਰਹਿੰਦਾ। ਠੀਕ ਹੈ। ਇੱਥੇ ਹੀ ਰੁਕਦੇ ਆ। 2 ਮਹੀਨੇ ਹੋ ਗਏ ਤਕਰੀਬਨ। ਠੀਕ ਹੈ। ਤੇ ਸਾਡੀਆਂ ਭੈਣਾਂ ਵੀ ਨਾਲ ਆ। ਹਾਂਜੀ। ਔਰ ਇਹਨਾਂ ਨੂੰ ਵੇਖ ਕੇ ਬੜੀ ਖੁਸ਼ੀ ਆ, ਔਰ ਇਹਨੇ ਠੰਡ ਦੇ ਮੌਸਮ ਦੇ ਵਿੱਚ, ਹਾਂਜੀ, ਔਰ ਮੇਰਾ ਖਿਆਲ ਗ੍ਰਿਸ਼ਤੀ ਆ ਸਾਰੀਆਂ ਲੱਗਦੀਆਂ, ਤੇ ਇਹਨਾਂ ਨੇ ਟਾਈਮ ਕੱਢਿਆ ਵਾ। ਹਾਂਜੀ। ਤੇ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ? ਹਾਂਜੀ, ਅਸੀਂ ਵੀ ਇਹੀ ਕਹਿਣਾ ਚਾਹਾਂਗੇ ਵੀ ਇਹ ਕਾਨੂੰਨ ਵਾਪਸ ਲਏ ਜਾਣ, ਤੇ ਤਾਂ ਹੀ ਅਸੀਂ ਇਹਨਾਂ ਨੂੰ ਵਾਪਸ ਕਰਾ ਕੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਾਂ ਜੀ। ਠੀਕ। ਹਾਂਜੀ। ਇੱਥੇ ਰਹਿਣ ਦਾ ਹਾਂਜੀ ਕੋਈ ਇੰਤਜ਼ਾਮ ਹੈ? ਹਾਂਜੀ, ਬਹੁਤ ਇੰਤਜ਼ਾਮ ਨੇ ਜੀ, ਬਹੁਤ ਸੇਵਾ ਭਾਵਨਾ ਸਾਰਿਆਂ ਦੇ ਵਿੱਚ, ਹਰ ਇੱਕ ਚੀਜ਼ ਦਾ ਖਿਆਲ ਰੱਖਿਆ ਜਾਂਦਾ, ਮਹਿਲਾਵਾਂ ਦਾ, ਬੱਚਿਆਂ ਦਾ, ਸਾਰਿਆਂ ਦਾ, ਉਹਨਾਂ ਦੀ ਹਰ ਇੱਕ ਜਿਹੜੀ ਲੋੜ ਹੈਗੀ ਉਹ ਪੂਰੀ ਕੀਤੀ ਜਾਂਦੀ ਆ, ਕੋਈ ਦਿੱਕਤ ਨਹੀਂ ਹੈਗੀ। ਹਾਂਜੀ। ਹਾਂ, ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ ਇਸ ਗੱਲਾਂ ਬਾਰੇ, ਔਰ ਆਪਣੀ ਇਹ ਜਿਹੜਾ? ਨਹੀਂ, ਬਸ ਮੋਦੀ ਸਾਹਿਬ ਨੂੰ ਇਹੀ ਅਪੀਲ ਹੈ ਕਿ ਉਹ ਆਪਦੇ ਮਨ ਦੀ ਹੁਣ ਨਾ ਦੱਸਣ, ਸਾਡੇ ਲੋਕਾਂ ਦੇ ਮਨਾਂ ਦੀ ਸੁਣਨ। ਬਸ ਇਹੀ ਸਾਡੀ ਰਿਕੁਐਸਟ ਆ ਉਹਨਾਂ ਨੂੰ। ਉਹਨਾਂ ਦੀ ਮਨ ਦੀ ਸੁਣ ਰਹੇ ਆ, ਹੁਣ ਸਾਡੀ ਸੁਣ ਲੈਣ। 6 ਸਾਲ ਤੋਂ ਉਹਨਾਂ ਦੀ ਸੁਣ ਰਹੇ ਆ। ਹਾਂਜੀ। ਅਸੀਂ ਚਾਹੀ ਨਹੀਂ, ਸਾਨੂੰ ਉਹ ਧੱਕੇ ਨਾਲ ਦੇ ਰਹੇ ਆ, ਸਾਡੇ ਵਾਸਤੇ ਬਣਾਇਆ ਕਾਨੂੰਨ, ਸਾਨੂੰ ਨਹੀਂ ਚਾਹੀਦੇ। ਹਾਂ, ਤੇ ਇਹਨਾਂ ਨੂੰ ਵਾਪਸ ਕੀਤਾ ਜਾਵੇ। ਜਿਹੜੀ ਚੀਜ਼ ਸਾਡੀ ਨਾ ਚਾਹੁਣ ਦੇ ਬਾਵਜੂਦ ਸਾਨੂੰ ਧੱਕੇ ਨਾਲ ਦੇ ਰਿਹਾ, ਉਹਦੇ 'ਚ ਸਾਨੂੰ ਇਹ ਲੱਗਦਾ ਵੀ ਇਹਦੇ ਵਿੱਚ ਦਾਲ 'ਚ ਬਹੁਤ ਕੁਝ ਕਾਲਾ, ਸ਼ਾਇਦ ਦਾਲ ਹੀ ਕਾਲੀ ਆ। ਜੇ ਸਾਡੇ ਲਈ ਇਹ ਬਣਾਏ ਆ ਤੇ ਫਿਰ ਉਹਨਾਂ ਨੂੰ ਤਕਲੀਫ ਕੀ ਆ ਕੈਂਸਲ ਕਰਨ 'ਚ? ਇਹਦਾ ਮਤਲਬ ਇਹ ਹੁਣ ਆਪ ਇਹ ਸਬੂਤ ਆ ਇਹ ਉਸ ਚੀਜ਼ ਦਾ ਵੀ ਉਹ ਗਲਤ ਬਣੇ ਹੋਏ ਆ, ਕੋਆਪਰੇਟਿਵ ਘਰਾਣਿਆਂ ਦੇ ਪੱਖ 'ਚ ਬਣੇ ਹੋਏ। ਲੋਕਾਂ ਨੂੰ ਕੰਟਰੈਕਟ ਕਰ ਵੀ ਲਿਆ ਹੈਗਾ ਰਿਲਾਇੰਸ ਵਾਲਿਆਂ ਨੇ, ਹਾਲਾਂਕਿ ਰਿਲਾਇੰਸ ਵਾਲੇ ਇਸ਼ਤਿਹਾਰ ਦੇ ਕੇ ਕਹਿ ਰਹੇ ਨੇ ਵੀ ਅਸੀਂ ਇਸ ਸੈਕਟਰ 'ਚ ਨਹੀਂ ਆਉਣਾ, ਪਰ ਹੁਣੇ ਪਿੱਛੇ ਜੇ ਉਹਨਾਂ ਨੇ ਕੰਟਰੈਕਟ ਕੀਤਾ ਕੇਰਲਾ ਦੇ ਵਿੱਚ 15,000 ਕਿਸਾਨਾਂ ਦੇ ਨਾਲ ਉਹਨਾਂ ਨੇ ਕੰਟਰੈਕਟ ਕੀਤਾ ਖੇਤੀ ਦਾ, ਉਹ ਸਾਰੇ ਉਹ ਪਿਆ ਹੈਗਾ, ਤੁਸੀਂ ਚੈਨਲਾਂ ਤੇ ਦੇਖ ਸਕਦੇ ਹੋ। ਤੇ ਫਿਰ ਉਹ ਦੋਗਲੀ ਨੀਤੀ ਹੋਈ, ਇਹਦੇ ਤੋਂ ਪਤਾ ਲੱਗਦਾ ਆਪਾਂ ਨੂੰ ਵੀ ਇੱਕ ਪਾਸੇ ਤੋਂ ਕਰੀ ਜਾ ਰਹੇ ਆ, ਇੱਕ ਪਾਸੇ ਕਹਿ ਰਹੇ ਵੈਸੇ ਨਹੀਂ ਕਰ ਰਹੇ। ਸੋ ਇੱਦਾਂ ਹੀ ਹੌਲੀ ਹੌਲੀ ਸਾਰੇ ਕਿਸਾਨਾਂ ਨਾਲ ਇਹੀ ਕੋਸ਼ਿਸ਼ ਕਰਨ ਨੂੰ ਫਿਰਦੇ ਨੇ, ਤੇ ਫਿਰ ਬਾਕੀ ਕੀ ਕਰਨਗੇ? ਜੇ ਸਾਰਾ ਕੁਝ ਸਾਹ ਵੀ ਉਹਨਾਂ ਨੇ ਲਿਆ ਤਾਂ ਆਮ ਜਨਤਾ ਦਾ ਕੀ ਹਾਲ ਹੋਊਗਾ? ਹਾਂ, ਇਹ ਇਕੱਲਾ ਜਿਹੜਾ ਰੌਲਾ ਕਿਸਾਨੀ ਦਾ ਨਹੀਂ, ਮਸਲਾ ਸਾਰਿਆਂ ਦਾ, ਸਾਰਿਆਂ ਦੀ ਰੋਟੀ ਦਾ ਮਸਲਾ ਇਹ। ਰੋਟੀ ਦਾ। ਹਾਂਜੀ। ਹਾਂ। ਅਸੀਂ ਜੀ ਗੁਰਦਾਸਪੁਰ ਜ਼ਿਲ੍ਹੇ ਤੋਂ, ਪਿੰਡ ਸਾਡਾ ਅਵਾਣ ਆ ਜੀ, ਤੇ ਅਸੀਂ ਇੱਥੇ ਪ੍ਰੋਟੈਸਟ ਦੇ ਵਿੱਚ ਆਏ ਆ ਕਿ ਜੋ ਕਿ ਮੋਦੀ ਸਰਕਾਰ ਨੇ 3 ਕਾਲੇ ਕਾਨੂੰਨ ਲਿਆਂਦੇ ਆ, ਤੇ ਅਸੀਂ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਪ੍ਰੋਟੈਸਟ ਕਰ ਰਹੇ ਆ। ਤੇ ਸੋ ਸਾਡੀ ਬੇਨਤੀ ਆ ਮੋਦੀ ਸਰਕਾਰ ਨੂੰ ਵੀ ਇਹ 3 ਜਿਹੜੇ ਹੈਗੇ ਨੇ ਕਾਲੇ ਕਾਨੂੰਨ ਨੇ, ਇਹਨਾਂ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ, ਕਿਉਂਕਿ ਵੇਖੋ ਪ੍ਰੋਟੈਸਟ ਦੇ ਵਿੱਚ ਠੰਡ ਦੇ ਨਾਲ ਸਾਡੇ ਕਈ ਨੌਜਵਾਨ ਸ਼ਹੀਦ ਹੋ ਗਏ ਨੇ, ਬਜ਼ੁਰਗ ਸ਼ਹੀਦ ਹੋ ਗਏ ਨੇ, ਬੱਚੇ ਵੀ ਆਣ ਕੇ ਬੈਠੇ ਹੋਏ ਨੇ, ਬੀਬੀਆਂ ਵੀ ਆਣ ਕੇ ਬੈਠੀਆਂ ਹੋਈਆਂ ਨੇ, ਤੇ ਸੋ ਦਿਨੋਂ ਦਿਨ ਜਿਹੜੀਆਂ ਨੇ ਮੌਤ ਦੀ ਤਤਾਜ ਜਿਹੜੀ ਆ ਸ਼ਹੀਦੀ ਜਾਮਾਂ ਪੀ ਰਹੇ ਨੇ। ਤੇ ਚਲੋ ਉੱਦਾਂ ਤੇ ਸਾਨੂੰ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਬਖਸ਼ੀ ਆ, ਵੀ ਸ਼ਹੀਦੀਆਂ ਦੇ ਵਿੱਚ ਅਸੀਂ ਆਪਣਾ ਮਾਣ ਸਮਝਦੇ ਆ, ਇਹ ਬੜੀ ਵੱਡੀ ਕੁਰਬਾਨੀ ਆ, ਵੀ ਜੋ ਵੀ ਆਪਣਾ ਮਨੁੱਖੀ ਜਾਮਾ ਆ ਇਹਦੇ ਨਾਲ ਸਾਨੂੰ ਜਿਹੜੀ ਆ ਵੀ ਮੁਕਤੀ ਮਿਲਦੀ ਆ, ਤੇ ਵੀ ਇਹ ਵੀ ਕੁਰਬਾਨੀ ਆ ਬਹੁਤ ਵੱਡੀ। ਪਰ ਚਲੋ ਉੱਦਾਂ ਵੀ ਦੁਨੀਆਦਾਰੀ ਦੇ ਆਧਾਰ 'ਤੇ ਵੀ ਜਿਹੜੀਆਂ ਜਾਨਾਂ ਜਾ ਰਹੀਆਂ ਨੇ, ਬੜੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ, ਸੋ ਇਸ ਕਰਕੇ ਕਾਨੂੰਨ ਰੱਦ ਹੋਣੇ ਚਾਹੀਦੇ ਆ, ਕਿਉਂਕਿ ਇਹ ਬਿਲਕੁਲ ਕਾਲੇ ਕਾਨੂੰਨ ਨੇ, ਮਨੁੱਖਤਾ ਦਾ ਜਿਹੜਾ ਆ ਇਹ ਬਹੁਤ ਵੱਡਾ ਅਤਿਆਚਾਰ ਆ। ਕਿਉਂਕਿ ਦੇਖੋ ਪਹਿਲਾ ਕਾਨੂੰਨ ਆ ਐਸੈਂਸ਼ੀਅਲ ਕਮੋਡਿਟੀ, ਵੀ ਇਹਦੇ ਵਿੱਚ ਪਹਿਲਾਂ ਸਰਕਾਰ ਦਾ ਹੁੰਦਾ ਸੀ ਵੀ
ਕੋਈ ਲਿਮਿਟ ਸੀ ਵੀ ਇੰਨਾ ਅਸੀਂ ਸਟਾਕ ਕਰ ਸਕਨੇ ਆ, ਵੀ ਇੰਨੀ ਅਸੀਂ ਕਮੋਡਿਟੀ ਜਿਹੜੀ ਆ ਸਟਾਕ ਕਰ ਸਕਨੇ ਆ। ਪਰ ਹੁਣ ਦੇਖੋ ਕਿ ਇਹਨਾਂ ਨੇ ਲਿਮਿਟ ਜਿਹੜੀ ਉਹ ਬੰਦ ਕਰ ਦਿੱਤੀ ਆ ਵੀ ਇੱਕ ਪ੍ਰਾਈਵੇਟ ਬੰਦਾ ਹੈ, ਜਿਵੇਂ ਮੰਨ ਲਓ ਅਬਾਨੀ ਅਡਾਨੀ ਤੁਹਾਨੂੰ ਪਤਾ ਹੈ ਸੈਲੋ ਬਣਾ ਰਿਹਾ ਹੈ ਹਰਿਆਣੇ 'ਚ ਵੀ, ਪੰਜਾਬ 'ਚ ਵੀ, ਯੂਪੀ 'ਚ ਵੀ 1000 ਤੋਂ ਵੱਧ ਇਹਨਾਂ ਨੇ ਸੈਲੋ ਬਣਾ ਚੁੱਕੇ ਨੇ। ਤੇ ਇਹਨਾਂ ਦਾ ਕੀ ਆ ਮੋਟਿਵ ਵੀ ਅਸੀਂ ਇੱਕ ਜਗ੍ਹਾ ਹੀ ਆਪਣੀ ਜਿਹੜੀ ਆ ਇੱਕ ਬੰਦੇ ਨੂੰ ਹੀ ਸਾਰੀ ਫੂਡ ਜਿਹੜੀ ਆ ਐਸੈਂਸ਼ੀਅਲ ਕਮੋਡਿਟੀ ਇਕੱਠੀ ਕਰ ਲਈਏ ਤੇ ਬਾਅਦ ਵਿੱਚ ਆਪ ਹੀ ਅਸੀਂ ਇਹਨੂੰ ਵੇਚੀਏ ਆਪਣੇ ਪ੍ਰਾਈਸ ਦੇ ਨਾਲ, ਕਿ ਜੋ ਕਿ ਬਹੁਤ ਜ਼ਿਆਦਾ ਪ੍ਰਾਈਸ ਹੋਏਗਾ। ਜਿਵੇਂ ਹੁਣ ਜ਼ਿਮੀਂਦਾਰ ਹੀ ਆ, ਹੁਣ ਆਪਣੀ ਕਣਕ ਬੀਜਦਾ ਆ, ਉਹ ਚੱਲ ਗਈ ਅੰਬਾਨੀ ਅਡਾਨੀ ਕੋ, ਤੇ ਉਹ ਆਪਣੇ ਆਧਾਰ ਨਾਲ ਆਪਣੇ ਪ੍ਰਾਈਸ ਲਾ ਕੇ ਵੱਧ ਤੇ ਉਹਨੂੰ ਵੇਚੇਗਾ। ਫਿਰ ਦੂਸਰਾ ਕਾਨੂੰਨ ਆ ਜੀ ਇਹਨਾਂ ਨੇ ਬਣਾਇਆ ਹੋਇਆ ਕਿ ਕੰਟਰੈਕਟ ਫਾਰਮਿੰਗ। ਵੇਖੋ ਜਦੋਂ ਸਾਨੂੰ ਸਰਕਾਰ MSP ਦੀ ਗਾਰੰਟੀ ਦੇ ਦੇ ਤੇ ਸਾਨੂੰ ਕੰਟਰੈਕਟ ਫਾਰਮਿੰਗ ਕਰਨ ਦੀ ਲੋੜ ਹੀ ਨਹੀਂ ਹੈਗੀ, ਕਿਉਂਕਿ ਕੰਟਰੈਕਟ ਫਾਰਮਿੰਗ ਤੇ ਇਹੋ ਹੀ ਆ ਨਾ ਵੀ ਸਾਨੂੰ ਇਹ ਰੇਟ ਮਿਲੇਗਾ ਵੀ ਕੰਟਰੈਕਟ ਹੋ ਗਿਆ ਸਾਡਾ। ਤੇ ਜਦੋਂ MSP ਮਿਲ ਗਈ ਤੇ ਸਾਨੂੰ ਕੰਟਰੈਕਟ ਕਰਨ ਦੀ ਲੋੜ ਹੀ ਨਹੀਂ ਹੈਗੀ। ਫਿਰ ਜਿਵੇਂ ਸਬਜ਼ੀਆਂ ਆਵੀਆਂ ਜਾਂ ਦੂਸਰੀਆਂ ਫਸਲਾਂ ਆਵੀਆਂ ਉਹਨਾਂ ਤੇ ਵੀ MSP ਦੀ ਗਾਰੰਟੀ ਦੇਣ, ਸੋ ਜਿਹੜੀ ਆ ਆਪਾਂ ਵੰਡ ਕੇ ਸਾਰੀਆਂ ਫਸਲਾਂ ਬੀਜ ਸਕੀਏ। ਇਸ ਦੇ ਨਾਲ ਕਿਸਾਨ ਦਾ ਵੀ ਭਲਾ ਆ ਤੇ ਜਿਹੜੀ ਆਮ ਜਨਤਾ ਆ ਉਹਨਾਂ ਦਾ ਵੀ ਭਲਾ ਆ, ਕਿਉਂਕਿ ਜਿਵੇਂ ਦੇਖੋ ਜਦੋਂ ਇੱਧਰ ਪਿਆਜ਼ ਮਹਿੰਗਾ ਹੁੰਦਾ ਆ ਤੇ ਦੂਸਰੀਆਂ ਸਟੇਟਾਂ ਦੇ ਜਾਂ ਦੂਸਰਿਆਂ ਦੇਸ਼ਾਂ ਵਿੱਚ ਉਹ ਸਸਤਾ ਹੁੰਦਾ ਆ, ਫਿਰ ਇਹਨਾਂ ਨੂੰ ਇੰਪੋਰਟ ਕਰਨਾ ਪੈਂਦਾ ਆ, ਜੋ ਵੀ ਆ ਆਲੂ ਵੀ ਆ ਜਾਂ ਪਿਆਜ਼ ਆ ਜਾਂ ਹੋਰ ਵੀ ਖਾਣ ਵਾਲੀਆਂ ਚੀਜ਼ਾਂ। ਸੋ ਇਵੇਂ ਜਦੋਂ MSP ਸਾਰੀਆਂ ਚੀਜ਼ਾਂ ਤੇ ਸਾਨੂੰ ਮਿਲ ਜੇਗੀ, ਗਾਰੰਟੀ ਮਿਲ ਜੇਗੀ, ਸਰਕਾਰ ਸਾਡੀ ਫਸਲਾਂ ਚੁੱਕੇਗੀ, ਤੇ ਉਹਦੇ ਨਾਲ ਕੀ ਆ ਕਿ ਸਾਰੀਆਂ ਚੀਜ਼ਾਂ ਆਪਣੇ ਕੋਲ ਉਪਲਬਧ ਨੇ, ਫਿਰ ਉਹਨਾਂ ਦਾ ਪ੍ਰਾਈਸ ਵੀ ਜਿਹੜਾ ਆ ਉਹ ਵੀ ਜਿਹੜਾ ਕਿ ਆਪਣੇ ਕੰਟਰੋਲ ਦੇ ਵਿੱਚ ਆ ਜਾਏਗਾ, ਆਮ ਬੰਦਾ ਵੀ ਖਰੀਦ ਸਕਦਾ ਆ। ਸੋ ਇਸ ਕਰਕੇ ਕੰਟਰੈਕਟ ਫਾਰਮਿੰਗ ਜਿਹੜੀ ਆ ਕੰਟਰੈਕਟ ਫਾਰਮਿੰਗ ਆ ਉਹ ਗਲਤ ਹੈ, ਕਿਉਂਕਿ ਦੇਖੋ ਜਦੋਂ ਕੰਟਰੈਕਟ ਹੋ ਗਿਆ ਫਿਰ ਇੰਨੀਆਂ ਕੁ ਕੰਡੀਸ਼ਨਾਂ ਲਗਾ ਦਿੰਦੇ ਨੇ ਕਿ ਬੰਦਾ ਉਹ ਪੂਰੀਆਂ ਕਰ ਹੀ ਨਹੀਂ ਸਕਦਾ। ਤੇ ਨਾਲੇ ਜਿਹੜੀ ਖੇਤੀਬਾੜੀ ਆ ਇਹਦੇ ਵਿੱਚ ਤਾਂ ਕੁਝ ਵੀ ਜਿਹੜਾ ਆ ਵੀ ਸਟੈਂਡਰਡਾਈਜੇਸ਼ਨ ਨਹੀਂ ਹੁੰਦਾ, ਕਿਉਂਕਿ ਇਹ ਟੋਟਲੀ ਨਿਰਭਰ ਕਰਦਾ ਆ ਮੌਸਮ ਦੇ ਉੱਤੇ। ਜੇ ਮੌਸਮ ਠੀਕ ਰਿਹਾ ਆ ਫਸਲ ਦੇ ਹਿਸਾਬ ਨਾਲ ਤੇ ਫਸਲ ਠੀਕ ਹੋਏਗੀ। ਜੇ ਮੌਸਮ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਜਾਂ ਘੱਟ ਬਾਰਿਸ਼ ਹੁੰਦੀ ਆ ਜਾਂ ਗਰਮੀ ਜ਼ਿਆਦਾ ਪੈਂਦੀ ਹੈ ਜਾਂ ਠੰਡ ਜ਼ਿਆਦਾ ਪੈਂਦੀ ਹੈ, ਉਹ ਵੀ ਫਸਲਾਂ ਨੂੰ ਇਫੈਕਟ ਕਰਦੀ ਆ। ਸੋ ਇਸ ਕਰਕੇ ਸਟੈਂਡਰਡਾਈਜੇਸ਼ਨ ਤਾਂ ਅਸੀਂ ਲੈ ਹੀ ਨਹੀਂ ਸਕਦੇ। ਤੇ ਤੀਸਰਾ ਜਿਹੜਾ ਆ ਜੀ APMC ਮੰਡੀਆਂ। ਹੁਣ ਦੇਖੋ ਇਹ ਕਹਿ ਰਹੀ ਆ ਮੋਦੀ ਸਰਕਾਰ ਕਹਿ ਰਹੀ ਆ ਵੀ ਅਸੀਂ APMC ਮੰਡੀਆਂ ਵੀ ਰੱਖਾਂਗੇ, ਪ੍ਰਾਈਵੇਟ ਮੰਡੀ ਵੀ ਚੱਲੇਗੀ, APMC ਮੰਡੀ ਵੀ ਚੱਲੇਗੀ। ਜਦੋਂ ਇਹ ਕਰ ਰਹੇ ਨੇ ਵੀ 8% ਜਿਹੜਾ ਆ ਟੈਕਸ ਲੱਗੇਗਾ ਜਦੋਂ APMC ਮੰਡੀ ਦੇ ਵਿੱਚ ਅਸੀਂ ਫਸਲ ਲੈ ਕੇ ਜਾਵਾਂਗੇ, ਤੇ ਪ੍ਰਾਈਵੇਟ ਮੰਡੀ ਦੇ ਵਿੱਚ 1% ਲੱਗੇਗਾ, ਤੇ ਹਰ ਕੋਈ ਜਿਹੜਾ ਆ ਉਸ ਦੇ ਨਾਲ ਵੀ ਟੈਕਸ ਬਚਾਉਣ ਦੇ ਕਰਕੇ ਪ੍ਰਾਈਵੇਟ ਮੰਡੀ ਵੱਲ ਜਾਏਗਾ। ਸੋ ਵੈਸੇ ਤਾਂ ਕਿਸਾਨ ਅੱਜ ਜਾਗਰੂਕ ਹੋ ਗਿਆ ਆ, ਉਹ APMC ਮੰਡੀ ਵੱਲ ਹੀ ਜਾਏਗਾ, ਪ੍ਰਾਈਵੇਟ ਮੰਡੀ ਵੱਲ ਨਹੀਂ ਜਾਏਗਾ। ਪਰ ਫਿਰ ਵੀ ਇਹ ਬਹੁਤ ਇਫੈਕਟ ਕਰਦਾ ਆ। ਤੇ ਦੇਖੋ ਹੁਣ ਸਰ ਇਹ ਕਹਿੰਦੇ ਵੀ ਅਸੀਂ APMC ਮੰਡੀ ਨਹੀਂ ਖਤਮ ਕਰਾਂਗੇ। ਹੁਣ ਤੁਸੀਂ ਗੌਰਮੈਂਟ ਸਕੂਲ ਵਾਲੀ ਦੇਖ ਲਓ, ਇਹ ਕਹਿੰਦੇ ਨੇ ਵੀ ਗੌਰਮੈਂਟ ਸਕੂਲ ਹੈਗੇ ਨੇ, ਪਰ ਤੁਸੀਂ ਆਪ ਵੀ ਦੇਖੋ ਵੀ ਕਿਸੇ ਦਾ ਬੱਚਾ ਉੱਥੇ ਪੜ੍ਹ ਰਿਹਾ ਆ। ਕੋਈ ਇੱਕ ਗੌਰਮੈਂਟ ਸਕੂਲ ਦੇ ਵਿੱਚ 1 ਜਾਂ 2 ਜਾਂ 3 ਜਾਂ 4 5 ਬੱਚੇ ਨੇ, ਠੀਕ ਆ ਜੀ। ਫਿਰ ਸਰਕਾਰ ਨੇ ਦੇਖੋ ਕੈਪਟਨ ਸਰਕਾਰ ਨੇ ਵੀ ਪਿੱਛੇ ਜੀ ਇਹ ਕੀਤਾ ਸੀ ਵੀ ਜਿਹੜੇ ਸਰਕਾਰੀ ਸਕੂਲ ਨੇ ਉਹ ਬੰਦ ਕਰ ਦਈਏ ਜਿੱਥੇ ਉਹਨਾਂ ਨੇ ਕੰਡੀਸ਼ਨ ਰੱਖੀ ਵੀ 30 ਤੋਂ ਘੱਟ ਬੱਚੇ ਨੇ ਜਾਂ ਕਿੰਨੇ ਨੇ। ਹੌਲੀ ਹੌਲੀ ਇਦਾਂ ਹੀ APMC ਮੰਡੀਆਂ ਵੀ ਖਤਮ ਹੋ ਜਾਣਗੀਆਂ। ਵੀ ਸਕੂਲ ਹੈਗੇ ਨੇ, ਗਰਾਊਂਡ ਵੀ ਹੈਗੀ ਆ, ਟੀਚਰ ਵੀ 1-2 ਹੈਗਾ ਆ, ਬਿਲਡਿੰਗ ਵੀ ਹੈਗੀ ਆ, ਪਰ ਉੱਥੇ ਜਾ ਕੋਈ ਨਹੀਂ ਰਿਹਾ। ਇਦਾਂ ਹੀ APMC ਮੰਡੀ ਦਾ ਹਾਲ ਹੋਏਗਾ ਵੀ ਹਰ ਕੋਈ ਪ੍ਰਾਈਵੇਟ ਵੱਲ ਜਾਏਗਾ, ਕਿਉਂਕਿ ਉੱਥੇ ਜਿਹੜਾ ਆ ਛੇਤੀ ਲੋਡਿੰਗ ਹੋ ਜਾਏਗੀ, ਅਨਲੋਡਿੰਗ ਹੋ ਜਾਏਗੀ ਜਾਂ ਵੀ ਪੈਸਿਆਂ ਦਾ ਵੀ ਕੁਝ ਹੋ ਜਾਏਗਾ। ਪਰ ਸਰਕਾਰੀ ਮੰਡੀਆਂ ਬਿਲਕੁਲ ਖਤਮ ਹੋ ਜਾਣਗੀਆਂ, ਜਿਵੇਂ ਸਕੂਲ ਨੇ ਜਾਂ ਹਸਪੀਟਲ ਨੇ। ਤੁਸੀਂ ਅੱਜ ਵੇਖੋ ਪੰਜਾਬ ਆ ਜਾਂ ਕਿਤੇ ਵੀ ਆ ਸਟੇਟ ਦੇ ਵਿੱਚ ਪ੍ਰਾਈਵੇਟ ਨਾ ਤਾਂ ਪ੍ਰਾਈਵੇਟ ਹਸਪੀਟਲਾਂ ਵਿੱਚ ਹੀ ਹੋ ਰਿਹਾ ਸਾਰਾ ਕੰਮ, ਪ੍ਰਾਈਵੇਟ ਸਕੂਲਾਂ ਵਿੱਚ ਹੀ ਬੱਚੇ ਪੜ੍ਹ ਰਹੇ ਨੇ, ਸਰਕਾਰੀ ਨਾ ਤਾਂ ਹਸਪੀਟਲ ਆ ਨਾ ਸਕੂਲ ਆ। ਇਸੇ ਤਰ੍ਹਾਂ ਹੀ APMC ਮੰਡੀ ਦਾ ਹਾਲ ਹੋ ਜਾਏਗਾ। ਸੋ ਇਹ ਬਹੁਤ ਹੀ ਘਾਤਕ ਕਾਨੂੰਨ ਨੇ, ਇਹਨਾਂ ਨੂੰ ਜਲਦੀ से जल्दी मोदी सरकार ਨੂੰ रद्द करना चाहिए है। का जो भी आदेश आया है उससे हम भी बहुत खुश हैं और किसान भी बहुत खुश हैं, और मुझे लगता है कि इस फैसले को अभी होल्ड किया गया और केंद्र सरकार का और सुप्रीम कोर्ट के लोग आपस में बैठ के इस पर मंत्रणा करेंगे। लेकिन मुझे पूरा विश्वास है न्यायालय जो है माननीय उच्च न्यायालय जो है वो केंद्र सरकार के विरोध में फैसला लेगा और किसानों के पक्ष में फैसला लेगा। हाँ प्रमोद जी, जैसे आपको ये मालूम है कि आज
सुप्रीम कोर्ट में एक याचिका दायर हुई है कि जो 26 जनवरी को किसान आंदोलन है वो परेड में शामिल होने वाला है, उसको रोक लगाने के लिए एक याचिका दाखिल हुई है, उसके बारे में क्या है? नहीं, ये सुप्रीम कोर्ट में एक केंद्र सरकार ने एक याचिका दायर की है कि ट्रैक्टर मार्च पर रोक लगे। देखिए, केंद्र सरकार तो शुरू से क्या कहते हैं फ्लॉप रही है, और ये 70% जो आबादी है किसानों की, ये किसानों की जो आबादी है वो पूरी तरीके से केंद्र सरकार को बिल्कुल फ्लॉप करने का कार्य करेगी, और केंद्र सरकार को पीछे हटना पड़ेगा। केंद्र सरकार अपनी हठ धर्मता पे चल रही है और इनको वापस करना ही पड़ेगा। क्या लगता है कि जो 15 तारीख को दोबारा मीटिंग होने वाली है उसमें क्या फैसला होगा? उसमें जो भी फैसला होगा, मुझे लगता है माननीय न्यायालय जो है वो किसानों के हित में फैसला लेगा। और मैं आप लोगों से ये भी कहना चाहूँगा कि लगभग 50 दिन से ये आंदोलन चल रहा है, और इस 50 दिन में हमारे काफ़ी किसान भाइयों शहीद हुए हैं। मैं उनको श्रद्धा सुमन नमन करते हुए श्रद्धांजलि देना चाहूँगा। एक बात और है कि कुछ जैसे जथेबंदियां हैं, ये कोई भी है, जैसे कि गुरु नानक लंगर सेवा सोसाइटी इंटरनेशनल है कनेडा की, उसका जो भी उन लोगों का क्या है कि 50,000 रुपया हर किसान को दे रहे हैं। अभी तक उन लोगों ने करीब 24 से 25 किसानों को 50,000 रुपया दिया, लेकिन जो उसके मुख्य सेवादार हैं बलविंदर सिंह पक्खो के, उसको आज भी NAI ने बुलाया हुआ है यानी कि बात करने के लिए कि आप किसानों को क्यों पैसा दे रहे हो, ये पैसा कहाँ से आता है, ये फंड कहाँ से आ रहा है? ये तो देखिए वो ही जाने कि वो फंड कहाँ से आ रहा है और कहाँ से नहीं आ रहा है। अगर ये बताओ कि वो गलत कर रहे हैं या ठीक कर रहे हैं, ये क्यों पूछ रही है जी? नहीं, ये तो किसान इकट्ठा कर रहे हैं ना, किसान इकट्ठा कर रहे हैं। तो ऐसे ना कि देखो क्यों पूछ रही है, क्यों उनको उन लोगों को पर्चा दें, जैसे दिलजीत को पूछताछ की है, वो क्यों कर रही है ऐसा? नहीं, उन्हें ऐसा नहीं करना चाहिए, उन्हें ऐसा नहीं करना तो आप चाहिए। एडवोकेट हो खुद, हाँ। क्योंकि मैं तो ये पूछना चाहता हूँ कि वो अच्छा कर रहे हैं या गलत कर रहे हैं? ये तो बिल्कुल गलत है, बिल्कुल गलत है। हाँ, केंद्र सरकार तो शुरू से कहता हुआ आ रहा है, और आज लगभग 50 दिन हो गए हैं, तो उन्होंने जो होल्ड किया है, मैं आपसे फिर कह रहा हूँ कि इसमें जो है वो किसानों का, ये मैं किसानों से भी कहूँगा कि जब तक उनके पक्ष में सुनवाई ना हो तब तक वो यहाँ से बिल्कुल नहीं हटे। किसान जथेबंदियों ने तो बोल दिया कि हम ये हाई कोर्ट का जो होल्ड करने वाला फैसला इसको मानते नहीं है। हाँ, उन्होंने सही कहा है, बिल्कुल उन्होंने बिल्कुल सही कहा है, उन्होंने बिल्कुल सही कहा है, और उनको वापस लेना ही पड़ेगा। और हम लोग भी बरेली से चल कर आ रहे हैं, हमारे साथ में ये हाजी गुड्डू जी हैं, हमारे साथ में जुल्फ़िकार अली बिट्टू हैं, प्रमोद बिस्की जी हैं, हैदर अली जी भी हैं, साथ में तमाम बरेली से लोग चल के आए हैं। भगवत सर हम लोगों के करीब 30-35 गाड़ियाँ लेकर आए हैं, और लगभग एक ट्रक हम लोग खादान लेकर आए हैं, सामग्री लेकर आए हैं। ਉਹਨਾਂ ਦੇ ਹੌਸਲੇ ਬਹੁਤ ਬੁਲੰਦ ਨੇ, ਉਹਨਾਂ ਦਾ ਕਹਿਣਾ ਕਿ ਮੈਂ ਕਾਨੂੰਨ ਰੱਦ ਕਰਵਾ ਕੇ ਹੀ ਜਾਵਾਂਗੇ, ਵਰਨਾ ਇੱਥੋਂ ਨਹੀਂ ਜਾਵਾਂਗੇ। ਕੈਮਰਾਮੈਨ ਸਨੀ ਦੇ ਨਾਲ ਕੁਲਵਿੰਦਰ ਚੰਦੀ, ਗਾਜੀਪੁਰ ਬਾਰਡਰ, PTN 24 ਚੈਨਲ।